ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਹੈ। ਤੇਰੀ ਵਫਾਦਾਰੀ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਜਿੰਨੇ ਵੀ ਅੱਜ ਦੇ ਤੇਰੇ ਇਸ ਵਚਨ ਦਾ ਬਖਾਸ਼ਵਾ ਸੁਣ ਲਈ, ਤੇਰੇ ਸਨਮੁਖ ਨਾ ਸਮਨਾਂ ਨੂੰ ਬੁੱਧ ਗਿਆਨ ਅਤੇ ਸਮਝ ਦੇ, ਤਾਂ ਕਿ ਤੇਰੇ ਵਚਨ ਨੂੰ ਸਮਝਦੇ ਸਿੱਖਦੇ ਤੇਰੀ ਆਤਮਾ ਵਿੱਚ ਵਧਦੇ ਹੋਏ ਤੇਰੀ ਜਿਉਂਦੀ ਆਸ ਨਾਲ ਬਣੇ ਰਹਿਣ ਅਤੇ ਆਪ ਦੇ ਆਮਦ ਦੇ ਸਮੇਂ ਆਪ ਦੇ ਨਾਲ ਸ਼ਰੀਕ ਹੋਣ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਸੁਣਨ ਵਾਲੇ ਅਤੇ ਬੋਲਣ ਵਾਲੇ ਦੇ ਉੱਤੇ ਆਪਣਾ ਬਲ ਅਤੇ ਆਪਣੇ ਆਤਮਾ ਦੀ ਸਮਝ ਦੇ, ਤਾਂ ਕਿ ਤੇਰਾ ਨਾਮ ਸਾਡੇ ਜੀਵਨਾਂ ਵਿੱਚ ਜਾਵੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਮਰਕੁਸ ਦੀ ਅੰਜੀਲ 10 ਅਧਿਆਏ ਉਸ ਦੀ 21 ਅਤੇ 22 ਆਇਤ ਵਿੱਚ। ਇੱਥੇ ਲਿਖਿਆ ਹੈ, ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਅਤੇ ਉਹਨੂੰ ਆਖਿਆ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਆ ਸਲੀਬ ਚੁੱਕ ਕੇ ਮੇਰੇ ਪਿੱਛੇ ਹੋ ਤੁਰ। ਪਰ ਉਹ ਇਸ ਗੱਲੋਂ ਭੈੜਾ ਪਿਆ ਅਤੇ ਉਦਾਸ ਹੋ ਕੇ ਚਲਿਆ ਗਿਆ, ਕਿਉਂ ਜੋ ਉਹ ਵੱਡਾ ਮਾਲਦਾਰ ਹੈ ਸੀ। ਇਹ ਘਟਨਾ ਬਹੁਤ ਜਾਣੀ ਪਛਾਣੀ ਹੋਈ ਘਟਨਾ ਹੈ ਅਤੇ ਅਸੀਂ ਜਾਣਦੇ ਹਾਂ ਇਹ ਇੱਕ ਅਜਿਹੇ ਧਨੀ ਵਿਅਕਤੀ ਦੀ ਗੱਲ ਹੈ ਜੋ ਯਿਸੂ ਮਸੀਹ ਦੇ ਕੋਲ ਆ ਕੇ ਸਦੀਪਕ ਜੋਣ ਦੇ ਬਾਰੇ ਭਾਲ ਕਰ ਰਿਹਾ, ਉਸ ਦੀ ਖੋਜ ਕਰ ਰਿਹਾ ਹੈ। ਇੱਥੇ ਅਸੀਂ ਦੇਖਦੇ ਹਾਂ ਕਿ ਉਹ ਸਾਰਿਆਂ ਵਿੱਚੋਂ ਜਿਹੜਾ ਪ੍ਰਭੂ ਦੇ ਧਰਤੀ ਉੱਤੇ ਉਸ ਸਮੇਂ ਦੇ ਦੌਰਾਨ ਸੰਪਰਕ ਵਿੱਚ ਆਏ। ਮੈਂ ਇਸ ਗੱਲ ਨੂੰ ਵੇਖ ਰਿਹਾ ਹਾਂ, ਸ਼ਾਇਦ ਹੀ ਕੋਈ ਅਜਿਹਾ ਬੁਰਾ ਅਤੇ ਅਖੀਰ ਪੇਸ਼ ਕਰਦਾ ਹੈ ਜਿਵੇਂ ਇਸ ਜਵਾਨ ਧਨੀ ਨੇ ਕੀਤਾ। ਇਸ ਸੱਚਾਈ ਦੇ ਸ਼ੁਰੂ ਵਿੱਚ ਬਹੁਤ ਕੁਝ ਅਜਿਹਾ ਸੀ ਜਿਸ ਨੇ ਮਸੀਹ ਦੇ ਇੱਕ ਚੇਲੇ ਹੋਣ ਵਜੋਂ ਸ਼ਾਨਦਾਰ ਭਵਿੱਖ ਦਾ ਵਾਅਦਾ ਦਿੱਤਾ। ਜੇ ਅਸੀਂ ਇਸ ਧਨੀ ਦੇ ਜੀਵਨ ਦੇ ਬਾਰੇ ਦੇਖੀਏ ਤਾਂ ਸ਼ਰ੍ਹਾ ਨੂੰ ਜਾਣਨ ਵਾਲਾ ਸੀ, ਸ਼ਰ੍ਹਾ ਦਾ ਪਾਲਣ ਕਰਨ ਵਾਲਾ ਸੀ, ਸ਼ਰ੍ਹਾ ਦੀ ਜਾਣਕਾਰੀ ਰੱਖਣ ਵਾਲਾ ਸੀ ਅਤੇ ਪਰਮੇਸ਼ਰ ਦੇ ਦੱਸੇ ਹੁਕਮਾਂ ਨੂੰ ਆਪਣੇ ਜੀਵਨ ਵਿੱਚ ਪਾਲਣ ਕਰਨ ਵਾਲਾ ਸੀ। ਇਹ ਅਸੀਂ ਉਸ ਦੇ ਇਸ ਖੰਡ ਵਿੱਚ ਵੇਖਦੇ ਹਾਂ। ਭਾਵੇਂ ਉਹ ਦਿਲ ਵਿੱਚ ਇੱਕ ਵਿਸ਼ਵਾਸੀ ਹੋਵੇ, ਉਹ ਮਸੀਹ ਦੀ ਉਸ ਦੇ ਲੋਕਾਂ ਦੇ ਵਿਚਾਲੇ ਸੰਗਤ ਦੀ ਬਰਕਤ ਤੋਂ ਖੁੰਝ ਗਿਆ, ਕਿਉਂਕਿ ਪ੍ਰਭੂ ਨੇ ਕਿਹਾ ਜਾ ਸ਼ਰ੍ਹਾ ਦੀ ਪਾਲਣਾ ਕਰ। ਉਹ ਕਹਿੰਦਾ ਇਹ ਤਾਂ ਮੈਂ ਲੜਕਪਨ ਤੋਂ ਕਰਦਾ ਆ ਰਿਹਾ। ਇੱਥੇ ਇੱਕ ਵਿਸ਼ਵਾਸੀ ਦੀ ਤਸਵੀਰ ਤਾਂ ਨਜ਼ਰ ਆ ਰਹੀ, ਪਰ ਜਦੋਂ ਪ੍ਰਭੂ ਨੇ ਕਿਹਾ ਕਿ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ, ਜਦੋਂ ਇਸ ਗੱਲ ਦੀ ਗੱਲ ਕੀਤੀ ਗਈ, ਇਹ ਬਹੁਤ ਹੀ ਮੋਸਟ ਇੰਪੋਰਟੈਂਟ ਗੱਲ ਸੀ, ਜਿਹਦੇ ਵਿੱਚ ਅੱਜ ਦੇ ਕਈ ਵਿਸ਼ਵਾਸੀ ਇਸ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਨਾਲ ਮਿਲ ਕੇ ਆਪਣੇ ਵਿਸ਼ਵਾਸ ਦੀ ਯੋਗਤਾ ਨੂੰ ਖੋ ਦਿੰਦੇ। ਖੋ ਨਹੀਂ ਦਿੰਦੇ, ਮੈਂ ਉਹਨਾਂ ਨੂੰ ਵੇਖਦਾ ਵੀ ਹਾਂ। ਔਰ ਪਰਮੇਸ਼ਰ ਪੁੱਤਰ ਜਦੋਂ ਨਿਆਂ ਦੇ ਆਸਣ ਤੇ ਬੈਠੇਗਾ, ਉਹਨਾਂ ਦੇ ਜੀਵਨਾਂ ਦੇ ਸਭ ਆਚਰਣ ਨੂੰ ਉਹਨਾਂ ਦੇ ਅੱਗੇ ਪ੍ਰਗਟ ਕਰਕੇ ਰੱਖ ਦੇਵੇਗਾ। ਕਿਉਂਕਿ ਇੱਥੇ ਦਿਖਾਵੇ ਦੇ ਮਸੀਹੀ, ਜਦੋਂ ਮਸੀਹ ਯਿਸੂ ਦੀ ਸਲੀਬ ਦੀ ਗੱਲ ਆਉਂਦੀ ਹੈ, ਜਦੋਂ ਮਸੀਹ ਯਿਸੂ ਦੇ ਪਿੱਛੇ ਚੱਲਣ ਦੀ ਗੱਲ ਆਉਂਦੀ ਹੈ, ਤਾਂ ਉਹ ਸੰਸਾਰ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਗੱਲਾਂ ਨੂੰ ਨਹੀਂ ਛੱਡ ਸਕਦੇ। ਇੱਥੇ ਇਸ ਧਨੀ ਵਿਅਕਤੀ ਦੇ ਜੀਵਨ ਦੇ ਵਿੱਚ ਇਹੋ ਹੋਇਆ ਜੋ ਮੈਂ ਦੇਖ ਰਿਹਾ ਹਾਂ।
ਇਸ ਜਵਾਨ ਵਿੱਚ ਬਹੁਤ ਸਾਰੇ ਚੰਗੇ ਗੁਣ ਸਨ, ਜਿਵੇਂ ਮੈਂ ਆਪ ਨੂੰ ਦੱਸ ਵੀ ਚੁੱਕਾ। ਉਹ ਸੱਚਮੁੱਚ ਸੰਜੀਦਾ ਸੀ, ਮਤਲਬ ਕਿ ਅਜਿਹੇ ਸੀ ਜਿਹੜੇ ਕਿ ਇਸ ਗੱਲ ਨੂੰ ਪ੍ਰਗਟ ਕਰਦੇ ਕਿ ਉਹ ਜੀਵਨ ਦੇ ਨੇੜੇ ਸੀ। ਪ੍ਰਭੂ ਦੇ ਕੋਲ ਦੌੜ ਕੇ ਗਿਆ ਅਤੇ ਉਸ ਦੇ ਸਾਹਮਣੇ ਗੋਡੇ ਟਿਕੇ। ਇਹਦਾ ਮਤਲਬ ਉਹ ਆਦਰ ਕਰਨ ਵਾਲਾ ਵਿਅਕਤੀ ਸੀ, ਉਹ ਪਰਮੇਸ਼ਵਰ ਦੀ ਮਹਿਮਾ ਕਰਨ ਵਾਲਾ ਵਿਅਕਤੀ ਸੀ। ਉਹਦੇ ਅੰਦਰ ਆਤਮਿਕ ਵਰਕਤਾਂ ਲਈ ਇੱਛਾ ਤਾਂ ਸੀ। ਉਹਦਾ ਬਾਹਰੀ ਜੀਵਨ ਬੇਦੋਸ਼ੀ ਸੀ। ਇਹ ਗੁਣ ਬੜੇ ਆਕਰਸ਼ਕ ਸਨ ਤੇ ਯਿਸੂ ਨੇ ਉਹਦੇ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ। ਫਿਰ ਵੀ ਇਹਨਾਂ ਸਾਰੇ ਸ਼ਾਨਦਾਰ ਗੁਣਾਂ ਦੇ ਬਾਵਜੂਦ ਪ੍ਰਭੂ ਨੇ ਪਛਾਣਿਆ ਕਿ ਉਸ ਵਿੱਚ ਇੱਕ ਗੱਲ ਦਾ ਘਾਟਾ ਹੈ। ਇਹ ਪ੍ਰਭੂ ਜਾਣਦਾ ਹੈ ਮੇਰੇ ਅਤੇ ਆਪ ਦੇ ਵਿੱਚ ਕਿਸ ਗੱਲ ਦੀ ਕਮੀ ਹੈ, ਕਿਹੜੀ ਗੱਲ ਸਾਡੇ ਵਿੱਚ ਘਾਟ ਹੈ। ਇਹ ਸਿਰਫ ਪ੍ਰਭੂ ਹੀ ਜਾਣਦਾ ਹੈ ਔਰ ਪ੍ਰਭੂ ਉਜਾਗਰ ਵੀ ਕਰ ਦਿੰਦਾ ਹੈ ਦੁਨੀਆ ਦੇ ਸਾਹਮਣੇ। ਜਿਸ ਤਰ੍ਹਾਂ ਇਸ ਧਨੀ ਦਾ ਦੁਨੀਆ ਦੇ ਸਾਹਮਣੇ ਪ੍ਰਭੂ ਨੇ ਉਜਾਗਰ ਕਰਕੇ ਰੱਖ ਦਿੱਤਾ। ਉਸ ਨੂੰ ਚਾਨਣ ਵਿੱਚ ਲਿਆਉਂਦੇ ਹੋਏ ਜਿਹਦੀ ਘਾਟ ਸੀ, ਪ੍ਰਭੂ ਨੇ 3 ਇਮਤਿਹਾਨ ਲਾਗੂ ਕੀਤੇ ਉਸਦੇ ਜੀਵਨ ਵਿੱਚ। 3 ਇਮਤਿਹਾਨ। ਪਹਿਲਾ ਅਸੀਂ ਦੇਖਦੇ ਹਾਂ ਕਿ ਉਸ ਦਾ ਸਲੀਬ ਦੇ ਦੁਆਰਾ ਇਮਤਿਹਾਨ ਹੋਇਆ ਅਤੇ ਆ ਸਲੀਬ ਨੂੰ ਚੁੱਕ ਕੇ ਮੇਰੇ ਪਿੱਛੇ ਹੋ ਲੈ। ਪਹਿਲਾ ਇਮਤਿਹਾਨ। ਇਸ ਦੇ ਵਿੱਚ ਬਹੁਤ ਸਾਰੇ ਲੋਕ ਖੁੱਝ ਜਾਂਦੇ। ਸਲੀਬ ਨੂੰ ਚੁੱਕਣਾ। ਸਲੀਬ 2 ਤਰ੍ਹਾਂ ਦੀ, ਇੱਕ ਪ੍ਰਭੂ ਨੇ ਸਲੀਬ ਚੁੱਕੀ ਹੈ, ਦੂਸਰੀ ਸਲੀਬ ਹੈ ਖੁਸ਼ਖਬਰੀ ਨੂੰ ਲੈ ਕੇ ਚੱਲਣਾ। ਖੁਸ਼ਖਬਰੀ ਨੂੰ ਲੈ ਕੇ ਚੱਲਣਾ ਭਾਵ ਸੰਸਾਰ ਨੂੰ ਆਪਣੇ ਵਿੱਚੋਂ ਛੱਡ ਕੇ ਪ੍ਰਭੂ ਦੀ ਆਤਮਿਕਤਾ ਨੂੰ ਜਿਹੜੀ ਜੀਵਨ ਦਿੰਦੀ ਆ ਉਹਨੂੰ ਲੈ ਕੇ, ਭਾਵ ਅੰਜੀਲ ਨੂੰ ਲੈ ਕੇ ਚੱਲਣਾ। ਅੱਜ ਬਹੁਤੇ ਲੋਕ ਅੰਜੀਲ ਚੁੱਕਦੇ ਆ, ਪਰ ਉਸ ਅੰਜੀਲ ਦੇ ਨਾਲ ਉਹਨਾਂ ਦਾ ਸੰਸਾਰਿਕ ਆਦਰ ਅਤੇ ਸਨਮਾਨ ਹੁੰਦਾ ਹੈ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, 2003 ਦੀ ਘਟਨਾ ਹੈ। ਮੈਨੂੰ ਦਸੂਆ ਖੇਤਰ ਦੇ ਵਿੱਚ ਬੁਲਾਇਆ ਗਿਆ ਔਰ ਉਸ ਜਗ੍ਹਾ ਦੇ ਉੱਤੇ ਉੱਥੇ ਦੇ ਜਿਹੜੇ ਪ੍ਰਚਾਰਕ ਸੀ ਉਹਨਾਂ ਨੇ ਆਤਮਿਕ ਗੋਸਪਲ ਮੀਟਿੰਗਾਂ ਦੇ ਲਈ ਸੱਦਿਆ ਹੋਇਆ ਸੀ। ਤੇ ਜਦੋਂ ਅਸੀਂ ਉਸ ਪਿੰਡ ਦੇ ਵਿੱਚ ਬੜੇ, ਉਹਨਾਂ ਨੂੰ ਸਾਡਾ ਇਸ ਗੱਲ ਦਾ ਪਤਾ ਲੱਗਾ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਆਏ ਹਾਂ, ਤਾਂ ਉਹ ਸਾਡੇ ਕੋਲ ਹਾਰ ਲੈ ਕੇ ਆਏ, ਸਾਡੇ ਅੱਗੇ ਫੁੱਲ ਸੁੱਟਣ ਦੇ ਲਈ। ਪਰ ਅਸੀਂ ਇਹ ਸਭ ਚੀਜ਼ ਦਾ ਉਸੇ ਸਮੇਂ ਉਹਨਾਂ ਨੂੰ ਰੋਕ ਦਿੱਤਾ। ਜਿਵੇਂ ਬਾਈਬਲ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਦੋਂ ਉਹਦੇ ਚੇਲਿਆਂ ਦੇ ਕਿਸੇ ਨੇ ਪੈਰ ਪੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਸਾਨੂੰ ਮੱਥਾ ਨਾ ਟੇਕੋ, ਇੱਕੋ ਹੀ ਪਰਮੇਸ਼ਰ ਨੂੰ ਮੱਥਾ ਟੇਕੋ। ਜਿਹੜੇ ਸਲੀਬ ਚੱਕ ਕੇ ਚੱਲਦੇ ਆ ਉਹ ਸੰਸਾਰ ਦੀ ਇਸ ਮਤਲਬ ਕਿ ਆਦਰ ਅਤੇ ਸ਼ਾਨ ਦੀ ਗੱਲ ਨੂੰ ਢੱਕ ਕੇ ਆਪਣੇ ਪ੍ਰਭੂ ਦੀ ਸਲੀਬ ਨੂੰ ਅੱਗੇ ਉਹਨਾਂ ਦੇ ਅੱਗੇ ਰੱਖਦੇ ਆ। ਉਹ ਹੈ ਸੱਚਾ ਮਸੀਹੀ ਚੇਲਾ, ਉਹ ਹੈ ਜੀਵਨ ਦੇ ਰਾਹ ਦੇ ਉੱਤੇ ਚੱਲਣ ਵਾਲਾ ਸੱਚਾ ਮਸੀਹੀ ਚੇਲਾ। ਅੱਜ ਕਈ ਜਗ੍ਹਾ ਦੇ ਉੱਤੇ ਮੈਂ ਕਈ ਸੇਵਕਾਂ ਨੂੰ ਦੇਖਦਾ, ਸੰਗਤ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗਦੀ ਜਾਂਦੀ ਹੈ ਅਤੇ ਉਹ ਮੱਥਾ ਟੇਕਦੇ ਜਾਂਦੇ ਆ ਔਰ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ। ਇਹ ਗੱਲ ਮੈਨੂੰ ਜਦੋਂ ਮੈਂ ਪ੍ਰਭੂ ਦੇ ਵਚਨ ਨੂੰ ਪੜ੍ਹਦਾ ਹਾਂ ਤਾਂ 23 ਅਧਿਆਏ ਜਦੋਂ ਮਤੀ ਦੀ ਅੰਜੀਲ ਪੜ੍ਹਦਾ ਹਾਂ ਤਾਂ ਪ੍ਰਭੂ ਉਹਨਾਂ ਲੋਕਾਂ ਦੇ ਬਾਰੇ ਆਖਦਾ ਹੈ, ਧਿਆਨ ਨਾਲ ਸੁਣਨਾ। ਕਈ ਜਿਹੜੇ ਲੋਕ ਹੈ ਉਹ ਸਰੋਪੇ ਪਾਉਂਦੇ ਆ, ਸਰੋਪੇ ਗਲਾਂ ਦੇ ਵਿੱਚ ਆਦਰ ਦੇ ਨਾਲ ਹੈ, ਪਰ ਉਹਦਾ ਮੀਨਿੰਗ ਕੀ ਹੈ? ਸਾਨੂੰ ਆਦਰ ਕਿਸ ਚੀਜ਼ ਦਾ ਕਰਨਾ ਹੈ, ਸਾਨੂੰ ਆਪਣੇ ਵਿੱਚ ਸਨਮਾਨ ਕਿਸ ਚੀਜ਼ ਦਾ ਲੈਣਾ? ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜੇ ਇਸ ਤਰ੍ਹਾਂ ਕਰਦੇ ਆ ਉਹ ਇਸ ਧਰਤੀ ਦੇ ਉੱਤੇ ਸਨਮਾਨ ਲੈ ਚੁੱਕੇ ਆ, ਪਰ ਸਵਰਗ ਦੇ ਵਿੱਚ ਉਹਨਾਂ ਦਾ ਸਨਮਾਨ ਖੋ ਗਿਆ ਹੈ। ਜਦੋਂ ਇਸ 23 ਅਧਿਆਏ ਦੇ ਵਿੱਚ ਮੈਂ ਪੜ੍ਹਦਾ ਹਾਂ, ਮੈਂ ਆਪ ਦੇ ਲਈ 1 ਤੋਂ 5 ਆਇਤਾਂ ਨੂੰ ਬੜੇ ਸਾਫ਼ ਰੀਤੀ ਨਾਲ ਪੜਾਂਗਾ। ਲਿਖਿਆ, ਤਦ ਯਿਸੂ ਨੇ
ਲੋਕਾਂ ਨੂੰ ਆਪਣੇ ਚੇਲਿਆਂ ਨੂੰ ਕਿਹਾ, ਲੋਕਾਂ ਨੂੰ ਅਤੇ ਚੇਲਿਆਂ ਨੂੰ ਕਿਹਾ, ਗ੍ਰੰਥੀ ਅਤੇ ਫਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹੋਏ ਨੇ। ਉਹ ਕਾਹਦੇ ਲਈ ਬੈਠੇ ਹੋਏ ਨੇ ਉਹਦਾ ਵੀ ਕਾਰਨ ਅੱਗੇ ਲਿਖਦਾ ਹੈ, ਇਸ ਲਈ ਕਿ ਸਭ ਜੋ ਕੁਝ ਉਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹਨਾਂ ਦੀ ਪਾਲਣਾ ਕਰਨੀ, ਪਰ ਉਹਨਾਂ ਵਰਗੇ ਕੰਮ ਨਾ ਕਰਨਾ। ਉਹਨਾਂ ਵਰਗੇ ਕੰਮ ਨਾ ਕਰਨਾ ਕੀ ਮਤਲਬ ਹੈ ਇਹਦਾ? ਦਿਖਾਵੇ ਦੇ ਕੰਮ ਨਾ ਕਰਨਾ। ਅਗਲੀ ਗੱਲ ਉਹ ਕਹਿੰਦਾ ਹੈ, ਉਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਬੰਨ ਕੇ ਮਨੁੱਖਾਂ ਦੇ ਮੋਢਿਆਂ ਤੇ ਰੱਖਦੇ ਹਨ, ਪਰ ਉਹ ਆਪ ਉਹਨਾਂ ਨੂੰ ਉਂਗਲ ਨਾਲ ਖਸਕਾਉਣ ਨੂੰ ਰਾਜੀ ਨਹੀਂ। ਉਹ ਆਪਣੇ ਸਭ ਕੰਮ ਲੋਕਾਂ ਨੂੰ ਦਿਖਾਵੇ ਲਈ ਕਰਦੇ ਹਨ, ਕਿਉਂ ਜੋ ਉਹ ਆਪਣੇ ਤਵੀਤ ਚੌੜੇ ਕਰਕੇ ਆਪਣੀਆਂ ਝਾਲਰਾਂ ਵਧਾਉਂਦੇ ਹਨ ਅਤੇ ਮਹਿਮਾਨੀਆਂ ਵਿੱਚ ਉੱਚੀਆਂ ਥਾਵਾਂ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਚਾਹੁੰਦੇ ਹਨ। ਪ੍ਰਭੂ ਦੇ ਵਚਨ 'ਚ ਬਾਰ-ਬਾਰ ਇਹ ਆਖਿਆ ਗਿਆ ਕਿ ਦਿਖਾਵੇ ਦੇ ਕੰਮ ਨਾ ਕਰੋ। ਬਾਰ-ਬਾਰ ਆਖਿਆ ਗਿਆ ਕਿ ਤੁਸੀਂ ਅਜਿਹੇ ਕਾਰਜ ਨਾ ਕਰੋ ਜਿਹੜੇ ਕਿ ਮਸੀਹ ਯਸੂ ਦੇ ਵਿੱਚ ਸਾਡੇ ਲਈ ਨਿੰਦਨੀय ਕਾਰਨ ਬਣ ਜਾਣ। ਸਾਡੇ ਜੀਵਨ ਦੇ ਵਿੱਚ ਸਰਵੋੱਚ ਸਥਾਨ ਪ੍ਰਭੂ ਯਸੂ ਮਸੀਹ ਨੂੰ ਦੇਣਾ ਚਾਹੀਦਾ ਹੈ। ਸਾਡੇ ਜੀਵਨ ਦੇ ਵਿੱਚ ਯਸੂ ਮਸੀਹ ਸਾਡੇ ਸਮਾਜ ਨੂੰ ਨਜ਼ਰ ਆਉਣਾ ਚਾਹੀਦਾ ਤਾਂ ਕਿ ਉਹ ਮਸੀਹ ਦੇ ਕੋਲ ਆਉਣ। ਅਸੀਂ ਦੁਨੀਆ ਦੇ ਉਹ ਆਦਰ ਸਤਿਕਾਰ ਦੇ ਸਰੋਪੇ, ਆਦਰ ਦੇ ਫੁੱਲ ਅਤੇ ਉਹ ਹਾਰ ਆਪਣੇ ਜੀਵਨ ਦੇ ਵਿੱਚ ਲੈਣੇ ਸ਼ੁਰੂ ਕਰ ਦਿੱਤੇ ਹੈ। ਇਹਦਾ ਮਤਲਬ ਕੀ ਹੈ? ਇਹਦਾ ਅਰਥ ਕੀ ਹੈ? ਇਸ ਚੀਜ਼ ਨੂੰ ਸਮਝਣਾ ਹੈ। ਇਹ ਪ੍ਰਭੂ ਦਾ ਆਦਰ ਸਤਿਕਾਰ ਨਹੀਂ ਹੈ। ਇਹ ਪ੍ਰਭੂ ਦੀ ਸਲੀਬ ਦਾ ਪ੍ਰਚਾਰ ਨਹੀਂ ਹੈ। ਪ੍ਰਭੂ ਦੀ ਸਲੀਬ ਦਾ ਪ੍ਰਚਾਰ ਮੇਰੇ ਜੀਵਨ ਵਿੱਚ ਉਹ ਸਲੀਬ ਉਹਨਾਂ ਨੂੰ ਨਜ਼ਰ ਆਣੀ ਚਾਹੀਦੀ ਹੈ। ਮਤਲਬ ਕਿ ਮੇਰੇ ਜੀਵਨ ਦੇ ਰਾਹੀਂ ਉਹ ਸਲੀਬ ਦਾ ਜੀਵਨ ਨਜ਼ਰ ਆਣਾ ਚਾਹੀਦਾ ਹੈ। ਇਹ ਹੋ ਰਿਹਾ। ਪ੍ਰਭੂ ਯਿਸੂ ਮਸੀਹ ਨੇ ਪਹਿਲਾ ਇਮਤਿਹਾਨ ਜਦੋਂ ਉਸ ਵਿਅਕਤੀ ਦੇ ਨਾਲ ਕੀਤਾ, ਉਸ ਨੂੰ ਕੀ ਕਿਹਾ? ਆ ਸਲੀਬ ਨੂੰ ਚੁੱਕ ਕੇ ਮੇਰੇ ਪਿੱਛੇ ਹੋ ਤੁਰ। ਪਹਿਲਾ ਇਮਤਿਹਾਨ ਪਹਿਲੇ ਦੇ ਵਿੱਚ ਹੀ ਫੇਲ ਹੋ ਗਿਆ। ਇਹ ਅੰਜੀਲ ਚੱਕਣੀ ਆਸਾਨ ਨਹੀਂ ਹੈ ਮੇਰੇ ਭਾਈ। ਇਸ ਅੰਜੀਲ ਦੇ ਚੱਕਣ ਦੇ ਲਈ ਮੈਂ ਅੱਗੇ ਇਸ ਦਾ ਹੋਰ ਖੁਲਾਸਾ ਕਰਦਾ ਹਾਂ। ਔਰ ਇਹ ਮਤਲਬ ਕਿ ਜਦੋਂ ਇਹ ਗੱਲ ਹੋਈ ਤਾਂ ਉਹਦੇ ਵਿੱਚ ਜਦੋਂ ਦੂਸਰਾ ਇਮਤਿਹਾਨ, ਜਦੋਂ ਇਹ ਗੱਲ ਪ੍ਰਭੂ ਨੇ ਉਹਦੇ ਅੱਗੇ ਕੀਤੀ ਤਾਂ ਉਹ ਜਵਾਨ ਉਸ ਦੀ ਦੁਨਿਆਵੀ ਦੌਲਤ ਦੇ ਦੁਆਰਾ ਇਮਤਿਹਾਨ, ਦੂਸਰਾ ਉਸ ਦਾ ਸਲੀਬ ਦੇ ਦੁਆਰਾ ਇਮਤਿਹਾਨ ਹੋਇਆ, ਤੀਸਰਾ ਉਸ ਸ਼ਖਸ ਦਾ ਰੱਦ ਅਤੇ ਮਸੀਹ ਦੇ ਦੁਆਰਾ ਇਮਤਿਹਾਨ ਹੋਇਆ। ਰੱਦ ਕੀਤੇ ਹੋਏ ਮਸੀਹ ਦਾ ਇਮਤਿਹਾਨ ਹੋਇਆ। ਇਹ ਬੜਾ ਔਖਾ ਹੈ। ਇਸ ਲਈ ਮੈਂ ਇਬਰਾਨੀਆਂ ਦੀ ਪੁਸਤਕ 13 ਅਧਿਆਏ ਉਸ ਦੀ 13 ਆਇਤ ਲਿਖਿਆ ਹੈ, ਸੋ ਆਓ ਅਸੀਂ ਉਹਦੇ ਨਿਮਿਤ ਨਿੰਦਿਆ ਸਹਿੰਦੇ ਡੇਰਿਓ ਵਾਰ ਉਹਦੇ ਕੋਲ ਚੱਲੀਏ। ਨਿੰਦਿਆ ਸਹਿੰਦੇ ਕਿਹਦੇ ਲਈ? ਅੰਜੀਲ ਦੇ ਲਈ। ਕਿਹਦੇ ਲਈ? ਮਸੀਹ ਦੇ ਲਈ। ਕਿਹਦੇ ਲਈ? ਸਰਗ ਰਾਜ ਦੇ ਲਈ। ਪ੍ਰਭੂ ਨੇ ਮੇਰੇ ਲਈ ਇਹ ਸਭ ਕੁਝ ਕਾਲਵਰੀ ਕਰੂਸ ਦੇ ਉੱਤੇ ਸਹਿਆ ਤੇ ਮੈਂ ਅੰਜੀਲ ਦੇ ਲਈ ਸਹਿ ਰਿਹਾ ਤਾਂ ਮੇਰੇ ਵਿੱਚ ਮਸੀਹ ਦੀ ਪਛਾਣ ਹੋਵੇਗੀ। ਇਹ ਗੱਲ ਕਿਹਨੂੰ ਆਖ ਰਿਹਾ ਸੀ? ਪ੍ਰਭੂ ਇਸ ਧਨੀ ਨੂੰ। ਲਿਖਿਆ ਹੈ, ਉਹ ਇਸ ਗੱਲੋਂ ਭੈੜਾ ਪੈ ਗਿਆ ਅਤੇ ਉਦਾਸ ਹੋ ਕੇ ਚਲਿਆ ਗਿਆ, ਕਿਉਂ ਜੋ ਵੱਡਾ ਮਾਲਦਾਰ ਸੀ। ਬਾਈਬਲ ਦੇ ਵਿੱਚ ਲਿਖਿਆ, ਜਿਹੜੇ ਵੱਡੇ ਹੋਣੇ ਚਾਹੁੰਦੇ ਆ ਉਹ ਨੀਵੇਂ ਹੋ ਜਾਣਗੇ, ਜਿਹੜੇ ਨੀਵੇਂ ਆ ਉਹ ਉੱਚੇ ਕੀਤੇ ਜਾਣਗੇ। ਇਹ ਐਵੇਂ ਨਹੀਂ ਪ੍ਰਭੂ ਨੇ ਕਹਿ ਦਿੱਤਾ। ਇਹਦਾ ਬਹੁਤ ਵੱਡਾ ਅਰਥ ਪ੍ਰਭੂ ਨੇ ਸਾਹਮਣੇ ਰੱਖਿਆ ਹੈ। ਅੱਜ ਪ੍ਰਭੂ ਮੇਰਾ ਵੀ, ਜਿੰਨੇ ਵੀ ਆਪਣਾ ਇਸ ਦੁਨੀਆ ਦੇ ਵਿੱਚ ਮਸੀਹ ਕੋਲ ਆ ਰਿਹਾ, ਉਹਨਾਂ ਦਾ ਇਮਤਿਹਾਨ ਹੈ। ਉਹ ਕਹਿੰਦਾ, ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਆਪਣੀ ਸਲੀਬ ਆਪ ਚੁੱਕੇ। ਹਰ ਇੱਕ ਵਿਸ਼ਵਾਸੀ ਨੂੰ, ਹਰ ਇੱਕ ਵਿਅਕਤੀ ਨੂੰ ਕਹਿੰਦਾ ਹੈ। ਇਹਦਾ ਮਤਲਬ ਸਲੀਬ ਮੇਰੇ ਪ੍ਰਭੂ ਨੇ ਮੇਰੇ ਲਈ ਪਾਪਾਂ ਦੀ ਇੱਕ ਵਾਰੀ ਚੱਕ ਦਿੱਤੀ ਹੈ।
ਜਿਹਨੇ ਮੇਰੇ ਲਈ ਸਲੀਬ ਚੱਕ ਦਿੱਤੀ ਔਰ ਜਿਹਦੇ ਵਿੱਚ ਮੈਂ ਵਿਸ਼ਵਾਸ ਕਰ ਲਿਆ ਪ੍ਰਭੂ ਯਿਸੂ ਮਸੀਹ ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ, ਉਦੋਂ ਉਹ ਮੇਰੇ ਅੰਦਰ ਆ ਗਿਆ ਅਤੇ ਮੈਂ ਉਸ ਦਾ ਹੋ ਗਿਆ। ਹੁਣ ਇੱਥੇ ਗੱਲ ਖਤਮ ਨਹੀਂ ਹੁੰਦੀ ਹੈ, ਅਗਲੀ ਗੱਲ ਸ਼ੁਰੂ ਹੁੰਦੀ ਹੈ ਕਿ ਅਸੀਂ ਉਸ ਦੀ ਸਲੀਬ ਨੂੰ ਲੈ ਕੇ ਚੱਲੀਏ। ਇਹ ਸਲੀਬ ਹੈ ਤਿਆਗ ਦੀ। ਕਿਸ ਤਿਆਗ ਦੀ? ਸੰਸਾਰ ਦੇ ਤਿਆਗ ਦੀ। ਇਹ ਸਲੀਬ ਹੈ ਪ੍ਰਭੂ ਦੇ ਸਵਰਗ ਰਾਜ ਨੂੰ ਫੈਲਾਉਣ ਦੀ, ਜਿਸ ਵਿੱਚ ਨਿੰਦਾ ਵੀ ਹੈ, ਜਿਸ ਵਿੱਚ ਸਾਡੇ ਜੀਵਨ ਦੇ ਵਿੱਚ ਸਤਾਇਆ ਜਾਣਾ ਵੀ ਹੈ, ਜਿਸ ਵਿੱਚ ਸਾਡੇ ਜੀਵਨ ਦੇ ਵਿੱਚ ਸਾਨੂੰ ਕੁੱਟਿਆ ਜਾਣਾ ਵੀ ਹੈ। ਤਿਆਗ ਦੀ ਹੈ, ਨਿੰਦਿਆ ਸਹਿੰਦੇ ਅਤੇ ਸਤਾਏ ਜਾਣ ਦੀ ਵੀ ਹੈ, ਔਰ ਅੰਤਿਮ ਇਹ ਪਰਮੇਸ਼ਵਰ ਦੇ ਸਵਰਗ ਰਾਜ ਵਿੱਚ ਜਾਣ ਦੇ ਲਈ ਵੀ ਹੈ, ਜਿੱਥੇ ਅਨੰਤ ਜੀਵਨ ਹੈ। ਮੈਂ ਜਦੋਂ ਇਸ ਦਾ ਮਨਨ ਕਰ ਰਿਹਾ ਸੀ ਤਾਂ ਲਿਖਿਆ, ਇੱਕ ਚੇਲਾ ਹੋਣ ਵਿੱਚ ਡੇਰਿਓਂ ਬਾਹਰ ਜਾਣਾ ਸ਼ਾਮਲ ਹੁੰਦਾ ਹੈ। ਡੇਰਿਓਂ ਬਾਹਰ ਜਾਣਾ ਸ਼ਾਮਲ ਹੁੰਦਾ ਹੈ। ਯਹੂਦੀ ਸਮਾਜ ਵਿੱਚ ਹੁੰਦਾ ਸੀ, ਜਿਹੜਾ ਕੋਈ ਆਪਣਾ ਗਲਤ ਹੋ ਜਾਂਦਾ ਸੀ ਤਾਂ ਉਹਨੂੰ ਸਮਾਜ ਤੋਂ ਬਾਹਰ ਪਾਉਣਾ ਪੈਂਦਾ ਸੀ। ਮੇਰੇ ਪ੍ਰਭੂ ਨੇ ਮੇਰੇ ਲਈ ਡੇਰਿਓਂ ਬਾਹਰ ਤੋਂ ਚੱਲ ਲਿਆ ਤੇ ਹੁਣ ਕਿ ਮੈਂ ਉਹਦੀ ਕਲੀਸਿਆ ਦੇ ਵਿੱਚ ਹੋ ਕੇ, ਉਹਦੇ ਲੋਕਾਂ ਦੇ ਵਿੱਚ ਹੋ ਕੇ, ਕਿ ਮਸੀਹ ਦੇ ਲਈ ਉਸ ਦੀ ਸਲੀਬ ਨੂੰ, ਭਾਵ ਅੰਜੀਲ ਨੂੰ ਚੁੱਕ ਕੇ ਮਸੀਹ ਦੇ ਸਵਰੂਪ ਨੂੰ ਪ੍ਰਗਟ ਕਰ ਰਹੇ ਹਾਂ। ਹਾਂ, ਕਈ ਲੋਕ ਮਸੀਹ ਦੇ ਵਿੱਚ ਹੋ ਕੇ ਦੁਨੀਆਦਾਰੀ ਛੱਡਦੇ ਨਹੀਂ। ਦੁਨੀਆਦਾਰੀ ਛੱਡਣ ਦਾ, ਦੁਨੀਆ ਦਾ ਰੰਗ ਆਪਣੇ ਵਿੱਚ ਲੈਂਦੇ ਆ। ਕਿੱਦਾਂ ਲੈਂਦੇ ਆ? ਮਸੀਹ ਨੇ ਬੜੀ ਸਾਦਗੀ ਦੇ ਨਾਲ ਸਾਨੂੰ ਸਵੀਕਾਰ ਕੀਤਾ। ਉਹਨੇ ਇਹ ਨਹੀਂ ਕਿਹਾ ਕਿ ਤੁਸੀਂ ਲਾਲ ਪੀਲੇ ਇਦਾਂ ਦੇ ਹੋ ਕੇ ਆ ਜਾਓ। ਬਹੁਤੇ ਲੋਕ ਮਾਲਸ਼ਾਂ ਕਰਨੀਆਂ ਨਹੀਂ ਛੱਡਦੇ ਹੈ। ਕਈ ਲੋਕ ਜਦੋਂ ਵਿਆਹ ਦੇ ਵਿੱਚ ਹੁੰਦੇ ਆ, ਬਿਊਟੀ ਪਾਰਲਰ ਦੇ ਵਿੱਚ ਜਾ ਕੇ ਆਪਣੇ ਤਰ੍ਹਾਂ, ਕਈ ਲੋਕ ਆਪਣਾ ਉੱਥੇ ਨਾਈ ਕੋਲ ਜਾਂਦੇ ਆ, ਉਹ ਰਹਿਣ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਬਣ ਕੇ ਆ ਜਾਂਦੇ ਆ। ਵਾਟ ਇਜ਼ ਦਾ ਮੀਨਿੰਗ? ਇਹਦਾ ਮਤਲਬ ਕੀ ਹੈ? ਕਿ ਪਰਮੇਸ਼ਵਰ ਤੁਹਾਨੂੰ ਸਾਦਗੀ ਦੇ ਨਾਲ ਸਵੀਕਾਰ ਨਹੀਂ ਕਰੇਗਾ। ਜਦੋਂ ਪਰਮੇਸ਼ਵਰ ਸਲੀਬ ਦੇ ਉੱਤੇ ਮੋਇਆ, ਅਮੀਰ ਕੀ, ਗਰੀਬ ਕੀ, ਕਾਲਾ ਕੀ, ਗੋਰਾ ਕੀ, ਚੱਟਾ ਕੀ, ਸਭ ਦੇ ਲਈ ਮੋਇਆ, ਪਰ ਜਿਸ ਰੂਪ ਦੇ ਵਿੱਚ ਸੀ ਉਹਨਾਂ ਦੇ ਲਈ ਹੀ ਉਸਨੇ ਜਾਨ ਦਿੱਤੀ, ਉਸ ਦੇ ਲਈ ਹੀ ਆਪਣਾ। ਅੱਜ ਅਸੀਂ ਮਸੀਹ ਦੀ ਸਲੀਬ ਦੇ ਵਿੱਚ ਸੰਸਾਰ ਨੂੰ ਨਾਲ ਮੇਲ ਕੇ ਚੱਲ ਰਹੇ ਹਾਂ। ਇਹਦਾ ਮਤਲਬ ਇਹੋ ਚੀਜ਼ ਪ੍ਰਭੂ ਨੇ ਕਿਹਾ ਸੀ ਉਹਨੂੰ, ਸਲੀਬ ਚੁੱਕ ਕੇ ਮੇਰੇ ਪਿੱਛੇ ਆ, ਸੰਸਾਰ ਦੇ ਮਗਰ ਨਹੀਂ ਆਣਾ। ਜੇ ਸੰਸਾਰ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਅਸੀਂ ਮੇਰੇ ਪਿਆਰੇ ਅਜ਼ੀਜ਼ ਪ੍ਰਭੂ ਦੀ ਉਸ ਸਲੀਬ ਤੋਂ ਨੇੜੇ ਨੇ। ਜਿਸ ਤਰ੍ਹਾਂ ਉਹ ਧਨੀ ਉਦਾਸ ਹੋ ਕੇ ਚਲਾ ਗਿਆ, ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਹਰ ਇੱਕ ਲੋਕ ਜਦੋਂ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਉਦਾਸ ਹੋ ਕੇ ਚਲੇ ਜਾਂਦੇ। ਕਿਉਂ? ਕਿਉਂਕਿ ਸੰਸਾਰ ਦੇ ਵਿੱਚੋਂ ਉਹਨਾਂ ਦਾ ਇੱਕ ਰਿਸ਼ਤਾ ਹੈ, ਸੰਸਾਰ ਦੇ ਵਿੱਚ ਉਹਨਾਂ ਦਾ ਇੱਕ ਰੁਤਬਾ ਹੈ, ਉਸ ਰੁਤਬੇ ਨੂੰ ਉਹ ਛੱਡਣਾ ਨਹੀਂ ਚਾਹੁੰਦੇ ਆ। ਜਦੋਂ ਮੈਂ ਮਸੀਹ ਦੇ ਵਿੱਚ ਆਇਆ, ਇਹਨਾਂ ਸਾਰੀਆਂ ਚੀਜ਼ਾਂ ਦਾ ਮੈਂ ਤਿਆਗ ਕੀਤਾ, ਤਾਂ ਮੈਨੂੰ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ, ਮੇਰੇ ਘਰ ਦੇ ਲੋਕਾਂ ਦੇ ਵਿੱਚੋਂ, ਸਮਾਜ ਦੇ ਵਿੱਚੋਂ ਬਹੁਤ ਕੁਝ ਸਹਿਣਾ ਪਿਆ ਤੇ ਸੁਣਨਾ ਪਿਆ। ਔਰ ਅੱਜ ਵੀ ਮੇਰੇ ਖੇਤਰ ਦੇ ਵਿੱਚ ਮੈਂ ਆਪ ਇਸ ਗੱਲ ਦੀ ਨਹੀਂ, ਸਮਾਜ ਗਵਾਹੀ ਦਿੰਦਾ ਹੈ ਕਿ ਇਹ ਸਾਡੇ ਨਾਲ ਮਿਲਦਾ ਨਹੀਂ ਦਾ ਮਤਲਬ ਕਿ ਸੰਸਾਰਿਕ ਗੱਲਾਂ ਦੇ ਨਾਲ ਇਸ ਦਾ ਕੋਈ ਮੇਲ ਜੋਲ ਨਹੀਂ। ਅਸੀਂ ਸਿਰਫ ਪਰਮੇਸ਼ਰ ਦੀ ਸਾਦਗੀ ਉੱਤੇ, ਪਰਮੇਸ਼ਰ ਦੇ ਇਸ ਸਾਦਗੀ ਦੇ ਭਰੇ ਹੋਏ ਵਚਨਾਂ ਦੇ ਉੱਤੇ ਹੀ ਅਮਲ ਕਰਕੇ ਚੱਲਦੇ ਹਾਂ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਿਹੜਾ ਮਨੁੱਖ ਦੋ ਬੇੜੀਆਂ ਦੇ ਵਿੱਚ ਪੈਰ ਰੱਖਦਾ ਉਹ ਡੁੱਬਦਾ ਹੈ, ਜਿਹੜਾ ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਚੱਲਦਾ ਹੈ ਉਹ ਡਿੱਗਦਾ ਹੈ। ਇਸ ਲਈ ਮੇਰੇ ਭਾਈ ਅਤੇ ਭੈਣ, ਇਸ ਧਨੀ ਮਨੁੱਖ ਦੀ ਤਰ੍ਹਾਂ ਜਿਸ ਦੇ ਅੱਗੇ ਪ੍ਰਭੂ ਨੇ 3 ਇਮਤਿਹਾਨ ਰੱਖੇ, ਪਹਿਲਾ ਇਮਤਿਹਾਨ ਉਸ ਦੇ ਉੱਤੇ ਲਾਗੂ ਕੀਤਾ ਗਿਆ ਚਾਨਣ ਵਿੱਚ ਲਿਆਉਂਦੇ ਹੋਏ। ਉਹਨੂੰ ਚਾਨਣ ਦੇ ਵਿੱਚ ਪ੍ਰਭੂ ਨੇ ਲਿਆਣਾ ਚਾਹਿਆ, ਪਰ ਉਹ ਚਾਨਣ ਵਿੱਚ ਨਹੀਂ ਗਿਆ। ਦੂਸਰਾ, ਉਸ ਦੇ ਅੱਗੇ ਸਲੀਬ ਦਾ ਇਮਤਿਹਾਨ ਰੱਖਿਆ। ਉਹਨੇ ਉਸ ਇਮਤਿਹਾਨ ਨੂੰ ਵੀ ਛੱਡ ਦਿੱਤਾ।
ਤੀਸਰਾ ਇਮਤਿਹਾਨ ਉਸ ਵਿੱਚ ਆਇਆ ਮਸੀਹ ਨੂੰ ਆਪਣੇ ਨਾਲ, ਮਸੀਹ ਦੇ ਨਾਲ ਕਦਮ ਮਿਲਾ ਕੇ ਚੱਲਣਾ। ਉਹ ਉਸ ਦੇ ਵਿੱਚ ਵੀ ਫੇਲ ਹੋ ਗਿਆ। ਧਨ ਦੌਲਤ ਦੇ ਵਿੱਚ ਚਲਾ ਗਿਆ, ਮਸੀਹ ਦੀ ਸਲੀਬ ਨੂੰ ਛੱਡ ਗਿਆ ਅਤੇ ਮਸੀਹ ਦੇ ਕਦਮਾਂ ਤੋਂ ਪਿੱਛੇ ਹਟ ਗਿਆ। 3 ਇਮਤਿਹਾਨਾਂ ਦੇ ਵਿੱਚ ਉਹ ਫੇਲ ਹੋ ਗਿਆ ਅਤੇ ਉਦਾਸ ਹੋ ਕੇ ਦੁਨੀਆ ਦੇ ਵਿੱਚ ਚਲਾ ਗਿਆ। ਅੱਛਾ ਸੀ, ਸ਼ਰ੍ਹਾ ਨੂੰ ਪੜ੍ਹਨ ਵਾਲਾ ਸੀ, ਅੱਛਾ ਸੀ, ਸ਼ਰ੍ਹਾ ਦੇ 10 ਹੁਕਮਾਂ ਦੀ ਪਾਲਣ ਕਰਨ ਵਾਲਾ, ਅੱਛਾ ਸੀ, ਭਲਾ ਕਰਨ ਵਾਲਾ, ਪਰ ਮਸੀਹ ਦੇ ਪਿੱਛੇ ਚੱਲਣ ਦੇ 3 ਇਮਤਿਹਾਨਾਂ ਦੇ ਵਿੱਚੋਂ ਉਹ ਫੇਲ ਹੋ ਗਿਆ, ਜਿਸ ਦੇ ਬਾਰੇ ਇੱਥੇ ਰੋਮੀਆਂ ਦਾ ਇਬਰਾਨੀਆਂ ਦਾ ਲਿਖਣ ਵਾ। ਸੋ ਆਓ ਅਸੀਂ ਉਹਦੇ ਨਿਮਿਤ ਨਿੰਦਾ ਸਹਿੰਦੇ ਹੋਏ ਡੇਰਿਓ ਵਾਰ ਉਹਦੇ ਕੋਲ ਚੱਲੀਏ। ਅਸੀਂ ਇੱਥੇ ਦੇਖਦੇ ਹਾਂ ਉਹ ਮਸੀਹ ਨਾਲ ਗੁੱਸੇ ਹੋ ਕੇ ਜਾਂ ਨਫ਼ਰਤ ਹੋ ਕੇ ਨਹੀਂ ਗਿਆ, ਪਰ ਸੰਸਾਰ ਉਸ ਦੇ ਲਈ ਬਹੁਤ ਮਜ਼ਬੂਤ ਸੀ। ਕਈਆਂ ਦੇ ਅੰਦਰ ਸੰਸਾਰਿਕਤਾ ਬੈਠੀ ਰਹੇ। ਅਸੀਂ ਉਹਨਾਂ ਨੂੰ ਕਹਿੰਦੇ, ਭੈਣ ਜੀ, ਭਰਾ ਜੀ, ਇਹ ਗੱਲ ਠੀਕ ਨਹੀਂ ਹੈ, ਸੰਸਾਰ ਦੇ ਨਾਲ ਹੈ, ਇਹ ਸੰਸਾਰ ਦੀ ਲਿਪਤ ਪਾਣਾ ਆਪਣੇ ਵਿੱਚੋਂ ਛੱਡ ਦਿਓ, ਸਾਦਗੀ ਨਾਲ ਪ੍ਰਭੂ ਵਿੱਚ ਆਓ। ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ, ਉਹ ਸਾਦਗੀ ਦੇ ਨਾਲ ਤੁਹਾਨੂੰ ਆਪਣੇ ਗਲੇ ਲਾ ਦੇ। ਮੇਰਾ ਪ੍ਰਭੂ ਜਦੋਂ ਇਸ ਸੰਸਾਰ ਦੇ ਵਿੱਚ ਆਇਆ ਤਾਂ ਕਿ ਸੰਸਾਰਿਕਤਾ ਨਾਲ ਲਿਪਟ ਕੇ ਆਇਆ? ਲਿਖਿਆ ਉਹ ਚਰਨੀ ਦੇ ਵਿੱਚ ਆਇਆ। ਤੇ ਸਾਡੇ ਵਿੱਚ ਉਸ ਚਰਨੀ ਦੇ ਵਿੱਚ ਜਾਣ ਦਾ ਹਿੰਮਤ ਨਹੀਂ ਹੈ। ਉਸ ਚਰਨੀ ਦੇ ਵਿੱਚ ਬੈਠ ਕੇ ਪ੍ਰਭੂ ਦੀ ਮਹਿਮਾ ਕਰਨ ਦਾ ਸਾਡੇ ਵਿੱਚ ਜਜ਼ਬਾ ਨਹੀਂ ਹੈ। ਸਾਨੂੰ ਵਧੀਆ ਸਥਾਨ ਚਾਹੀਦੇ ਹੈ, ਆਦਰ ਦੇ ਥਾਂ ਚਾਹੀਦੇ ਹੈ, ਸਾਨੂੰ ਆਪਣਾ ਧਨ ਦੌਲਤ ਮਾਇਆ ਚਾਹੀਦੀ ਹੈ, ਸਾਨੂੰ ਉੱਚਾ ਸਥਾਨ ਚਾਹੀਦਾ ਹੈ। ਅਸੀਂ ਆਪਣੇ ਉਸਤਾਦ ਤੋਂ, ਆਪਣੇ ਗੁਰੂ ਤੋਂ ਉੱਚਾ ਹੋਣਾ ਚਾਹੁੰਦੇ ਹਾਂ। ਬਾਈਬਲ ਦੇ ਵਿੱਚ ਲਿਖਿਆ ਹੈ, ਜਿਹੜਾ ਬੜਾ ਹੋਣਾ ਚਾਹੁੰਦਾ ਪਹਿਲਾਂ ਨੀਵਾਂ ਹੋਵੇ, ਤਾਂ ਉਹ ਆਦਰ ਦੇ ਸਥਾਨ ਦੇ ਉੱਤੇ ਹੋਵੇਗਾ, ਤਾਂ ਉਹਨੂੰ ਪ੍ਰਭੂ ਆਦਰ ਦੇਵੇਗਾ। ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਪਿਤਾ ਨੇ ਕਦੋਂ ਆਦਰ ਦਿੱਤਾ? ਜਦੋਂ ਉਹਨੇ ਯਰਦਨ ਨਦੀ ਦੇ ਵਿੱਚ ਕਦਮ ਰੱਖਿਆ ਅਤੇ ਉਸ ਨਿਯਮ ਨੂੰ ਪੂਰਾ ਕਰਨ ਦੇ ਲਈ ਆਪਣੇ ਆਪ ਨੂੰ ਲਿਆਂਦਾ। ਤਦ ਸਵਰਗੋਂ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਇਹਦੀ ਸੁਣੋ। ਕਿੰਨਾ ਵੱਡਾ ਆਦਰ! ਪ੍ਰਭੂ ਨੀਵਾਂ ਹੋ ਕੇ ਮੈਨੂੰ ਜਿੱਤਣ ਦੇ ਲਈ ਸੰਸਾਰ ਵਿੱਚ ਆਇਆ। ਪਰਮੇਸ਼ਵਰ ਨੀਵਾਂ ਹੋ ਕੇ ਇਸ ਸੰਸਾਰ ਦੇ ਵਿੱਚ ਮੈਨੂੰ ਜਿੱਤਣ ਦੇ ਲਈ ਮੇਰੇ ਕੋਲ। ਤੇ ਮੈਂ ਕੀ ਕਰ ਰਿਹਾ? ਮੇਰਾ ਜੀਵਨ ਕੀ ਅਸੀਂ ਨੀਵੇਂ ਹੈ? ਅਸੀਂ ਨੀਵੇਂ ਹੋ ਰਹੇ ਹਾਂ? ਅਸੀਂ ਅਖਤਿਆਰ ਜਤਾਉਂਦੇ ਹਾਂ ਆਪਣੇ ਲੋਕਾਂ ਤੇ? ਨਹੀਂ। ਜਿਹੜੇ ਅਖਤਿਆਰ ਜਤਾਉਂਦੇ ਆ ਉਹ ਕਦੇ ਵੀ ਪ੍ਰਭੂ ਦੇ ਕੋਲ ਨਹੀਂ ਹੈ, ਉਹ ਸੰਸਾਰ ਦੇ ਨਾਲ ਮਿਲੇ ਹੋਏ ਆ। ਇਸ ਗੱਲ ਦੀ ਪਛਾਣ ਰੱਖਣਾ। ਜਿਹੜੇ ਸੰਸਾਰ ਦੇ ਕੋਲੋਂ ਦੂਰ ਹੈ ਉਹ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਪ੍ਰਭੂ ਨੂੰ ਅਤੇ ਪ੍ਰਭੂ ਦੀ ਆਤਮਿਕਤਾ ਨੂੰ ਹਮੇਸ਼ਾ ਅੱਗੇ ਰੱਖਦੇ ਆ, ਜਿਸ ਤੋਂ ਪਛਾਣੇ ਜਾਂਦੇ ਆ ਕਿ ਇਹ ਪ੍ਰਭੂ ਦੇ ਚੇਲੇ ਹੈ। ਮੇਰੇ ਪਿਆਰੇ ਭਾਈ ਅਤੇ ਭੈਣ, ਜੇ ਅਸੀਂ ਪ੍ਰਭੂ ਦੇ ਚੇਲੇ ਬਣ ਕੇ ਰਹਿਣਾ ਹੈ ਤਾਂ ਪ੍ਰਭੂ ਦੇ ਵਚਨ ਦੀ ਪਾਲਣਾ ਕਰੋ। ਜਿਵੇਂ ਪ੍ਰਭੂ ਨੇ ਮੇਰੇ ਲਈ ਇਸ ਧਰਤੀ ਦੇ ਉੱਤੇ ਪਰਮੇਸ਼ਰ ਪਿਤਾ ਦੀ ਹੁਕਮ ਦੀ ਪਾਲਣਾ ਕੀਤੀ ਅਤੇ ਉਹਨੂੰ ਉਹ ਨਾਮ ਮਿਲਿਆ ਜਿਹੜਾ ਸਭ ਨਾਮਾਂ ਤੋਂ ਉਚੇਰਾ ਹੈ। ਜੇ ਮੈਂ ਵੀ ਇਸ ਤਰ੍ਹਾਂ ਕਰੂੰਗਾ ਤਾਂ ਮੈਨੂੰ ਵੀ ਮੇਰਾ ਪਰਮੇਸ਼ਰ ਆਪਣੇ ਆਦਰ ਦੇ ਸਿੰਘਾਸਨ ਤੇ ਆਦਰ ਦੇ ਨਾਲ ਮੈਨੂੰ ਕਹੇਗਾ, ਐ ਮੇਰੇ ਵਿਸ਼ਵਾਸਯੋਗ ਪਾਤਰ, ਆ ਇਹ ਸਵਰਗ ਰਾਜ ਤੇਰਾ ਹੈ। ਪਰਮੇਸ਼ਰ ਮੈਨੂੰ ਆਦਰ ਦੇਣ ਦੇ ਲਈ ਤਿਆਰ ਹੈ। ਕਿ ਮੈਂ ਲੈਣ ਦੇ ਲਈ ਤਿਆਰ ਹਾਂ? ਪ੍ਰਭੂ ਆਪਣੇ ਇਸ ਵਚਨ ਦੇ ਨਾਲ ਮੈਨੂੰ ਅਤੇ ਆਪ ਨੂੰ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।